जे दिन होत गमन परलोक। ਉਹ ਸੰਤ ਕਹਿਣ ਲੱਗਾ ਕਿ ਜੇ ਗੁਰੂ ਸਾਹਿਬ ਜੀ ਦਾ ਪਰਲੋਕ ਗਮਨ ਹੋਇਆ ਹੁੰਦਾ, ਮੈਂ ਕਿਵੇਂ ਲੈ ਤੋ ਦਰਸ ਦੇ ਲੋਕ। ਤਾਂ ਮੈਂ ਕਿਵੇਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਲੈਂਦਾ। ਪੰਥ ਪਿਆਨਤ ਭਾਲ ਬਿਨੇਰੇ। ਮੈਂ ਗੁਰੂ ਸਾਹਿਬ ਜੀ ਨੂੰ ਰਸਤੇ ਜਾਂਦਿਆਂ ਭਲੀ ਭਾਂਤ ਦੇਖਿਆ ਹੈ। ਪਰਲੋਕ ਕੀਮਾ ਸੰਸਾਰ ਮੇਰੇ। ਤਾਂ ਮੇਰੇ ਮਨ ਦੇ ਵਿੱਚ ਸੰਸਾਰ ਹੈ ਕਿ ਜਦ ਮੈਂ ਗੁਰੂ ਜੀ ਦੇ ਦਰਸ਼ਨ ਕਰਕੇ ਆਇਆ ਹਾਂ ਤਾਂ ਗੁਰੂ ਸਾਹਿਬ ਜੀ ਦਾ ਕਿਵੇਂ ਪਰਲੋਕ ਗਮਨ ਹੋ ਸਕਦਾ ਹੈ। ਅਦਭੁਤ ਚਲਿਤ ਗੁਰੂ ਕੇ ਐਸੇ। ਗੁਰੂ ਸਾਹਿਬ ਜੀ ਦੇ ਐਸੇ ਆਸ਼ਚਰਜ ਕੌਤਕ ਹਨ। ਐਸਨ ਕਾਰ ਬਿਸਮਤ ਸਭ ਬੈਸੇ। ਸਾਰੇ ਕਹਿ ਕੇ ਸੁਣ ਕੇ ਬੜੇ ਆਸ਼ਚਰਜ ਹੋ ਰਹੇ ਬੈਠੇ ਬੈਠੇ। ਸਭਨ ਮਿਲ ਨਿਚੈ ਠਹਿਰਾਇਓ। ਹੁਣ ਸਭਨਾਂ ਨੇ ਮਿਲ ਕੇ ਇਹ ਨਿਸ਼ਚਾ ਕੀਤਾ ਹੈ ਗੁਰੂ ਇੱਕ ਸਮ ਸਭ ਵਿਖੈ ਸਮਾਇਓ। ਕਿ ਗੁਰੂ ਮਹਾਰਾਜ ਜੀ ਇੱਕ ਬਰਾਬਰ ਸਭਨਾਂ ਦੇ ਵਿੱਚ ਸਮਾਏ ਹੋਏ ਹਨ। ਮੈਂ ਜੇ ਦੇਖਾ ਤੈ ਜੋਤ ਤੁਮਾਰੀ ਤੇਰਾ ਰੂਪ ਕਨੇਹਾ। ਇੱਕ ਰੂਪ ਫਿਰੈ ਪ੍ਰਸੰਨਾ ਕੋਈ ਨਾ ਕਿਸੇ ਹੀ ਜਿਹਾ। ਜੈਸੇ ਮਰੇ ਤੈ ਹਾਜ਼ਰ ਹੈ। ਜਿੱਥੇ ਗੁਰੂ ਮਹਾਰਾਜ ਜੀ ਨੂੰ ਯਾਦ ਕੀਤਾ ਜਾਏ ਉੱਥੇ ਸਾਧ ਹਜ਼ੂਰ ਹਾਜ਼ਰ ਹੈ ਨਾਜ਼ਰ। ਕਤੈ ਨ ਪਇਓ ਦੂਰਾਈ। ਸਭ ਸਿੱਖਨ ਕੀ ਸ਼ਰਧਾ ਹੈ। ਸਾਰੇ ਸਿੱਖਾਂ ਦੀ ਇਹੀ ਸ਼ਰਧਾ ਹੈ। ਜਨਮ ਮਰਨ ਪ੍ਰਾਪਤ ਕੁਛ ਨਾਹੀ। ਗੁਰੂ ਗੁਰੂ ਜੀ ਦਾ ਨਾ ਤਾਂ ਜਨਮ ਹੁੰਦਾ ਹੈ ਤੇ ਨਾ ਹੀ ਮਹਾਰਾਜ ਸਾਹਿਬ ਨੂੰ ਮੌਤ ਆਉਂਦੀ ਹੈ। ਹੈ ਸਿੱਧ ਤਨ ਧਰ ਹੈ ਬਿਲਾਹੀ। ਸੁਤੇ ਸਿੱਧੀ ਸਰੀਰ ਨੂੰ ਧਾਰਦੇ ਨੇ ਤੇ ਸੁਤੇ ਸਿੱਧੀ ਸਰੀਰ ਅਲੋਪ ਕਰ ਜਾਂਦੇ ਹਨ। ਸੰਤਨ ਕੀ ਸਹਾਇਤਾ ਕਾਰਨ। ਸੰਤਾਂ ਮਹਾਂਪੁਰਖਾਂ ਦੀ ਸਹਾਇਤਾ ਕਰਨ ਵਾਸਤੇ ਧਰਮ ਚਲਾਵਣ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ। ਤਾਂ ਯਾਹੀ ਕਾਜ ਤਰਾ ਹਮ ਜਨਮਨ ਸਮਝ ਲੈ ਹੋ ਸਾਧੂ ਸਭ ਮਨ ਮਨ। ਦੁਸ਼ਟ ਨਾਮ ਕੀ ਜੜਾ ਮੁਖਾਰਨ। ਸੰਤਾਂ ਦੀ ਸਹਾਇਤਾ ਕਰਨ ਵਾਸਤੇ ਅਤੇ ਦੁਸ਼ਟ ਪੁਰਸ਼ਾਂ ਦੀਆਂ ਜ਼ੁਲਮੀ ਜੜ੍ਹਾਂ ਨੂੰ ਪੁੱਟਣ ਵਾਸਤੇ। ਸ਼ੁਭ ਮਤ ਜਗਤ ਵਿਖੈ ਵਿਸਤਾਰਨ। ਹਰ ਜਗਤ ਦੇ ਵਿੱਚ ਸ਼ੁਭਮਤੀ ਫੈਲਾਉਣ ਵਾਸਤੇ ਹੀ। ਕਰਨ ਕੁਕਰਮਨ ਕੋ ਨਿਰਵਾਰਨ। ਅਤੇ ਕੁਕਰਮਾਂ ਨੂੰ ਨਿਵਰਤ ਕਰਨ ਵਾਸਤੇ। ਨਿਜ ਭਗਤਨ ਕੋ ਜਗਤ ਉਦਾਹਰਨ। ਆਪਣੇ ਭਗਤਾਂ ਨੂੰ ਜਗਤ ਤੋਂ ਉਧਾਰਨ ਵਾਸਤੇ। ਧਰਾ ਭਾਰ ਗਨ ਕਾਪ ਵਿਦਾਰਨ। ਧਰਤੀ ਉੱਪਰੋਂ ਪਾਪਾਂ ਦਾ ਭਾਰ ਅਤੇ ਤਾਪ ਨਿਵਰਤ ਕਰਨ ਵਾਸਤੇ। ਹਰ ਸੰਤਨ ਦਰੋਹੀ ਬਹੁ ਮਾਰਨ। ਹਰੀ ਦੇ ਸੰਤਾਂ ਦੇ ਵੈਰੀਆਂ ਨੂੰ ਮਾਰਨ ਵਾਸਤੇ। ਸਤਿਨਾਮ ਸਿਮਰਨ ਕਾਰਨ। ਸਤਿਨਾਮ ਸ੍ਰੀ ਵਾਹਿਗੁਰੂ ਜੀ ਦਾ ਸਿਮਰਨ ਕਰਵਾਉਣ ਵਾਸਤੇ। ਧੰਨ ਗੁਰੂ ਸਭ ਕਾਰਨ ਕਾਰਨ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਸਾਰੇ ਕਾਰਨਾਂ ਨੂੰ ਕੀਤਾ ਹੈ। ਦਿਲ ਕੇ ਸਾਹਮਣਾ ਹੈ ਤਾਰਨ ਤਾਰਨ। ਜਿਨ੍ਹਾਂ ਦੇ ਬਰਾਬਰ ਦੁਨੀਆ ਨੂੰ ਤਾਰਨ ਵਾਲਾ ਹੋਰ ਕੋਈ ਜਹਾਜ਼ ਨਹੀਂ ਹੈ। ਅਦਭੁਤ ਚਲਿਤ ਲਖੇ ਨਹਿ ਜਾਹੀ। ਜਿਨ੍ਹਾਂ ਦੇ ਕੌਤਕ ਬੜੇ ਅਸਲ ਕਿਸਮ ਦੇ ਨੇ ਜੋ ਕਿ ਜਾਣੇ ਨਹੀਂ ਜਾਂਦੇ। ਸ਼ੇਸ਼ ਗਣੇਸ਼ ਭਾਰ ਨਹਿ ਪਾਈ। ਸ਼ੇਸ਼ ਨਾਲ ਜਿਹੜਾ ਹਜ਼ਾਰ ਫੁੱਲਾਂ ਦੇ ਨਾਲ
ਅਤੇ 2000 ਜਵਾਨਾਂ ਦੇ ਨਾਲ ਨਿਤ ਨਵੇਂ ਨਾਮ ਜਪਦਾ ਹੈ ਤੇ ਗਣੇਸ਼ ਸਭ ਤੋਂ ਵੱਡਾ ਲਿਖਾਰੀ ਮੰਨਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਾਰ ਨਹੀਂ ਪਾ ਸਕਦੇ। योगीशन के प्यान बसंते ध्यान बसंते ਯੋਗੀ ਯੋਗੀਸ਼ਰਾਂ ਦੇ ਧਿਆਨ ਦੇ ਵਿੱਚ ਵਸਦੇ ਹਨ। नार गुर जान सेव करंते ਦੇਵਤੇ ਮਨੁੱਖ ਸਾਰੇ ਹੀ ਗੁਰੂ ਜੀ ਮਹਾਰਾਜ ਦੀ ਸੇਵਾ ਕਰਦੇ ਹਨ। एक कारण से तन धारै ਐਸੇ ਕਿੰਨੇ ਕੁ ਕਾਰਨ ਹਨ ਜਿਸ ਕਰਕੇ ਗੁਰੂ ਸਾਹਿਬ ਨੇ ਸਰੀਰ ਨੂੰ ਧਾਰਿਆ ਹੈ। और सब को बैकुंठ सिधारै ਅਰੇ ਸਾਰੇ ਕਾਰਜਾਂ ਨੂੰ ਕਰਕੇ ਹੁਣ ਸੱਚਖੰਡ ਬਿਆਨਾ ਕਰ ਗਏ ਹਨ। इनके हित कुछ शोक ना बनै ਇਹਨਾਂ ਦੇ ਵਾਸਤੇ ਕੁਝ ਵੀ ਅਫਸੋਸ ਕਰਨਾ ਨਹੀਂ ਬਣਦਾ ਹੈ। वेद पुराण जास जस भनै ਵੇਦ ਦੇ ਪੁਰਾਣ ਜਿਨ੍ਹਾਂ ਦਾ ਜਸ ਕੀਤਾ ਹੈ ਕਬੀਰ ਸੰਤ ਮੋਏ ਕਿਆ ਰੋਈ ਹੈ ਜੋ ਆਪਣੇ ਗ੍ਰਹਿ ਜਾਏ ਰੋਹ ਸੰਤ ਬਾਪਰੇ ਜੋ ਹਟ ਹਾਟ ਬਿਕਾਏ। सबके बीच सबन ते न्यारे ਜੋ ਸਭਨਾਂ ਦੇ ਵਿੱਚ ਰਹਿੰਦੇ ਹੋਏ ਵੀ ਸਭਨਾਂ ਤੋਂ ਨਿਆਰੇ ਵੱਖਰੇ ਹਨ। भोग भोगता लेप ना तारे ਭੋਗਾਂ ਨੂੰ ਭੋਗਦਿਆਂ ਹੋਇਆਂ ਵੀ ਰਤੀ ਪਰ ਲਪਾਈ ਮਾਨਗੀ ਨਹੀਂ ਹੈ। ਸ੍ਰੀ ਰਾਗ ਮਹੱਲਾ ਪਹਿਲਾ। ਆਪੇ ਰਸੀਆ ਆਪ ਰਸ ਆਪੇ ਰਾਮਣਹਾਰ ਆਪੇ ਰੋਵੈ ਚੋਲੜਾ ਆਪੇ ਸੇਜ ਪਤਾਰ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਹਾਉ ਆਪੇ ਮਾਛੀ ਮਛੋਲੀ ਆਪੇ ਪਾਣੀ ਜਾਲ ਆਪੇ ਜਾਲ ਮਨਗੜਾ ਆਪੇ ਅੰਦਰ ਲਾਲ ਆਪੇ ਮੋਗਦ ਰੰਗੂਲਾ ਸਗੀਏ ਮੇਰਾ ਲਾਲ ਨਿਤ ਵੈ ਸੁਹਾਗਣੀ ਦੇਖ ਹਮਾਰਾ ਇਉਂ ਸਾਰਿਆਂ ਦੇ ਵਿੱਚ ਨਿਵਾਸ ਕਰਕੇ ਆਪ ਹੀ ਭੋਗਾਂ ਨੂੰ ਭੋਗ ਰਹੇ ਨੇ ਪਰ ਉਹਨਾਂ ਨੂੰ ਕੋਈ ਲਪਾਈ ਮਾਰਗੀ ਨਹੀਂ ਹੈ। याते कथा कथ गुर केरी ਇਸ ਕਰਕੇ ਗੁਰੂ ਸਾਹਿਬ ਜੀ ਦੀ ਕਥਾ ਕਥਨ ਤੋਂ ਰਹਿਤ ਅਕਥ ਹੈ। हार है जे बुद्ध धरत बटेरी ਜਿਹੜੇ ਬੜੇ ਬੜੇ ਬੁੱਧੀਮਾਨ ਹਨ ਉਹ ਵੀ ਹਾਰ ਜਾਂਦੇ ਹਨ। इम चर्चा करे आपस माही ਇੰਜ ਆਪਸ ਦੇ ਵਿੱਚ ਚਰਚਾ ਕਰਕੇ गुर हित शोक उपावो नाही ਸਭਨਾਂ ਨੇ ਸਲਾਹ ਕੀਤੀ ਕਿ ਗੁਰੂ ਸਾਹਿਬਾਂ ਵਾਸਤੇ ਤੁਸੀਂ ਰਤੀ ਪਰ ਵੀ ਅਫਸੋਸ ਨਾ ਕਰੋ। तले दोपहरे लागती रहे ਦੁਪਹਿਰ ਦੇ ਟਾਈਮ ਤੱਕ ਉੱਥੇ ਬੈਠੇ ਰਹੇ। करो देव उठ गुण सब तांदे ਫਿਰ ਆਖਿਆ ਵੀ ਚਲੋ ਭਾਈ ਲੰਗਰ ਪਾਣੀ ਤਿਆਰ ਕਰੋ ਸਾਵਧਾਨ ਹੋਵੋ। सुचेता सिमरन ठानो ਸੁਚੇਤਾ ਕਰੋ ਤੇ ਮਹਾਰਾਜ ਜੀ ਦਾ ਸਿਮਰਨ ਕਰੋ। काए उठे दे गई तसिद ਇਸ ਤਰ੍ਹਾਂ ਕਹਿ ਕੇ ਸ਼ਰਧਾਈ ਆਦਿਕ ਜਲ ਪਾਣੀ ਲੰਗਰ ਪਾਣੀ ਬਣਾਉਣ ਵਾਸਤੇ ਉੱਠ ਖਲੋਤੇ। भोग लगाए आप गुण सकेओ ਸ਼ਰਧਾਈ ਪਾਣੀ ਨੂੰ ਗੁਰੂ ਸਾਹਿਬ ਦਾ ਧਿਆਨ ਧਰ ਕੇ ਭੋਗ ਲਵਾਇਆ। ਅੱਜ ਤੱਕ ਵੀ ਸੱਚਖੰਡ ਹਜ਼ੂਰ ਸਾਹਿਬ ਉੱਥੇ ਭੋਗ ਲੱਗਦਾ ਹੈ ਜੋ 3 ਵਜੇ ਦੇ ਕਰੀਬ 2:30-3 ਵਜੇ ਦੇ ਕਰੀਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਲ ਪਾਣੀ ਤਿਆਰ ਹੁੰਦਾ ਹੈ ਤੇ ਤਖਤ ਸਾਹਿਬ ਤੇ ਬਕਾਇਦਾ ਭੋਗ ਲੱਗਦਾ ਹੈ। ਜਿਵੇਂ ਨਾਨਕਸਰ ਸਾਹਿਬ ਵਾਲੇ ਜਿੰਨੇ ਵੀ ਸੰਤ ਮਹਾਂਪੁਰਖ ਹੁੰਦੇ ਨੇ ਅਸੀਂ ਤਾਂ ਜਥੇਦਾਰ ਬਣ ਜਾਈਏ
ਤੇ ਹੈਡ ਗ੍ਰੰਥੀ ਬਣ ਜਾਈਏ, ਨਾ ਤਾਂ ਪ੍ਰਸ਼ਾਦ ਨੂੰ ਭੋਗ ਲਵਾਉਣਾ ਚੰਗਾ ਸਮਝਦੇ ਆ, ਨਾ ਵਰਤਾਉਣਾ ਚੰਗਾ ਸਮਝਦੇ ਆ ਵੀ ਸੇਵਾਦਾਰ ਦਾ ਕੰਮ ਹੈ। ਪਰ ਨਾਨਕ ਸਾਹਿਬ ਦਾ ਜਿਹੜਾ ਵੀ ਸੰਤ ਬਣਦਾ ਉਹ ਸੰਤ ਖੁਦ ਆਪ ਥਾਲ ਲੈ ਕੇ ਆਉਂਦਾ ਗੁਰੂ ਸਾਹਿਬ ਵਾਸਤੇ। ਜਿੰਨੇ ਵੀ ਨਾਨਕ ਸਾਹਿਬ ਦੇ ਸੰਤ ਹਨ ਉਹ ਸਾਰੇ ਖੁਦ ਆਪ ਭੋਗ ਲਵਾਉਂਦੇ ਮਹਾਰਾਜ ਨੂੰ, ਕਿਉਂਕਿ ਬਾਬਾ ਅਨੰਦ ਸਿੰਘ ਜੀ ਤੋਂ ਇਹ ਮਰਜ਼ਾਦਾ ਉਹਨਾਂ ਦੀ ਪ੍ਰਾਰੰਭ ਹੋਈ ਹੈ, ਜਿਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪ ਭੋਜਨ ਛਕਾਇਆ। ਇਹਨੇ ਵੀ ਆਪਾਂ ਜਥੇਦਾਰ ਜਾਂ ਵੱਡੇ ਬਣ ਗਏ ਤੇ ਆਪਾਂ ਸੇਵਾ ਨਹੀਂ ਕਰ ਸਕਦੇ। ਇਸ ਲਈ ਮੁੱਖ ਬੰਦੇ ਦਾ ਕੰਮ ਹੁੰਦਾ ਸਗੋਂ ਗੁਰੂ ਮਹਾਰਾਜ ਜੀ ਦੀ ਮੁੱਖ ਸੇਵਾ ਕਰਨਾ ਹੁੰਦਾ ਹੈ। ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਖੁਦ ਆਪ ਉਸ ਟਾਈਮ ਤੇ ਪਹੁੰਚਦੇ ਨੇ ਜਦੋਂ ਗੁਰੂ ਸਾਹਿਬ ਨੂੰ ਭੋਗ ਲੱਗਦਾ ਹੈ। ਇਉਂ ਜਲ ਪਾਣੀ ਦੇ ਟਾਈਮ ਜਲ ਪਾਣੀ ਦਾ ਭੋਗ ਲੱਗਦਾ ਹੈ ਤੇ ਪ੍ਰਸ਼ਾਦੇ ਦੇ ਟਾਈਮ ਦੇ ਪ੍ਰਸ਼ਾਦੇ ਦਾ। ਕਿੰਨੀ ਵਾਰ ਜਿੰਨੀ ਵਾਰ ਅਸੀਂ ਆਪ ਛਕਦੇ ਹਾਂ ਉਨੀ ਵਾਰ ਮਹਾਰਾਜ ਨੂੰ ਭੋਗ ਲਵਾਉਣਾ ਚਾਹੀਦਾ ਹੈ। ਅਜੇ ਵੀ ਉਸੇ ਤਰ੍ਹਾਂ ਮਰਜ਼ਾਦਾ ਹੈ। ਸਤਿਗੁਰੂ ਜੀ ਨੂੰ ਭੋਗ ਲਗਾ ਕੇ ਫਿਰ ਆਪ ਛਕਿਆ ਹੈ। ਫਿਰ ਇਸ਼ਨਾਨ ਬਣ ਕਰਕੇ ਸਭਨਾਂ ਨੇ ਦਸਤਾਨਾ ਸਜਾਇਆ ਹੈ, ਕਿਉਂਕਿ ਅਜੇ ਤੱਕ ਕੋਈ ਨਹਾਤਾ ਹੀ ਨਹੀਂ ਸੀਗਾ। ਸਾਰੇ ਰਾਤ ਦੇ ਉਹੀ ਬੈਠੇ ਹੋਏ ਸਨ। ਗੁਰੂ ਦਰਬਾਰ ਫਿਰ ਸਾਰੇ ਹੀ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਮਿਲੇ ਹਨ। ਪੂਰਬ ਪ੍ਰਭ ਕੋ ਭੋਗ ਲਗਾਇਓ, ਸਭ ਬਿਨਾ ਗੁਰੂ ਜੀ ਮਹਾਰਾਜ ਨੂੰ ਭੋਗ ਲਵਾਇਆ ਹੈ। ਬਾਗ ਵਿੱਚ ਦੇਗ ਪਾਣੀ ਬਾਹਰ ਸੰਤਾਂ ਨੂੰ ਵਰਤਾਇਆ ਗਿਆ ਹੈ। ਸਾਰਿਆਂ ਨੇ ਭੋਜਨ ਛਕ ਕੇ ਦੋਨੇ ਹੱਥ ਜੋੜ ਕੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ। ਫਿਰ ਕਨਾਤ ਦੇ ਚਾਰ ਸਵੇਰੇ ਇਕੱਤਰ ਹੋ ਕੇ ਬੈਠ ਗਏ ਹਨ। ਜਿੰਨੇ ਸਿੰਘ ਗੁਰਬਾਣੀ ਦਾ ਪਾਠ ਪੜ੍ਹ ਰਹੇ ਹਨ। ਆਨੰਦ ਦੇ ਵਿੱਚ ਮਿਲੀ ਹੋਈ ਗੁਰਬਾਣੀ ਦਾ ਪਾਠ ਸਰਵਣ ਕਰ ਰਹੇ ਹਨ। ਰਾਤ ਨੂੰ ਬੜਾ ਥੋੜਾ ਸਮਾਂ ਸੁੱਤੇ ਸਨ। ਅੱਧੀ ਰਾਤ ਤੋਂ ਹੀ ਸਾਰੇ ਜਾਗ ਰਹੇ ਹਨ। ਜਾ ਕੇ ਇਸ਼ਨਾਨ ਕੀਤਾ, ਮਤਲਬ ਅੱਜ ਦੂਸਰੀ ਰਾਤ ਹੋ ਗਈ ਹੈ ਤੇ ਦੂਸਰੀ ਰਾਤ ਨੇ ਸਾਰਿਆਂ ਨੇ ਜਾ ਕੇ ਨਹੀਂ ਹੈ ਤੇ ਫਿਰ ਅਗਲੇ ਦਿਨ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕੀਤਾ। ਸਾਰੇ ਮਿਲ ਕੇ ਗੁਰੂ ਸਾਹਿਬ ਜੀ ਦੇ ਪਵਿੱਤਰ ਸੱਚਖੰਡ ਜਮਨ ਸਥਾਨ ਦੇ ਉੱਪਰ ਗਏ। ਸਭ ਤੋਂ ਪਹਿਲਾਂ ਜਿਹੜੀ ਕਨਾਤ ਚਾਰ ਸਵੇਰੇ ਲੱਗੀ ਸੀ ਉਹਨੂੰ ਖੋਲ ਕਰਕੇ ਤੇ ਇਕੱਠਾ ਕਰਕੇ ਪਰੇ ਹਟਾਇਆ ਹੈ। ਗੁਰੂ ਮਹਾਰਾਜ ਜੀ ਨੇ ਆਗਿਆ ਕੀਤੀ ਸੀ ਕਿ ਸਾਡਾ ਮੀਠਾ ਨਹੀਂ ਫੁੱਲਣਾ। ਪਾਸੇ ਵਿੱਚ ਰਹਿੰਦੇ ਨੇ ਉਹਨਾਂ ਸਾਰੀ ਪਸ਼ੂ ਨੂੰ ਇਕੱਤਰ ਕੀਤਾ। ਮਾੜਾ ਮੋਟਾ ਹੱਥ ਮਾਰਿਆ ਤੇ ਉਹਨਾਂ ਨੇ ਵੇਖਿਆ ਕਿ ਨਾ ਕੋਈ ਇਹਦੇ ਚ ਅਸਤਰ ਹੈ ਤੇ ਨਾ ਹੀ ਕੋਈ ਸ਼ਸਤਰ ਹੈ। ਹਾਂ, ਇੱਕ ਛੋਟੀ ਹੱਥ ਜਿਹੜੀ ਸ੍ਰੀ ਸਾਹਿਬ ਜਿਹੜੀ ਗੁਰੂ ਸਾਹਿਬ ਜੀ ਕੇਸਾਂ ਦੇ ਵਿੱਚ ਸਜਾਉਂਦੇ ਹੁੰਦੇ ਸਨ, ਉਹਦੇ ਅੱਜ ਵੀ ਸੱਚਖੰਡ ਹਜ਼ੂਰ ਸਾਹਿਬ ਦਰਸ਼ਨ ਕਰਵਾਏ ਜਾਂਦੇ ਨੇ। ਉਹਦੀ ਕੋਲ ਮੁੱਠ ਹੈ, ਸੋਨੇ ਦੀ ਮੁੱਠ ਵਿੱਚ ਹੀਰੇ ਮੋਤੀਆਂ ਜੜੇ ਹੋਏ ਨੇ। ਉਹ ਬੜੀ ਸੁੰਦਰ ਕਿਰਪਾਨ ਗੁਰੂ ਜੀ ਇੱਕ ਨਿਸ਼ਾਨੀ ਦੇ ਤੌਰ ਤੇ ਛੱਡ ਗਏ ਸਨ। ਬਾਕੀ
3.5 फुट की कृपान जिन्ने शस्त्र वस्त्र समेत घोड़े समेत देह लोप कर गए। सब कुछ महाराज अपने नाल लै गए। गुरु घर दे विच साध संगत जीओ एक तो श्री गुरु नानक देव जी महाराज पहले पातशाह ये संदेश सचखंड गए हैं, क्योंकि हिंदू और मुसलमान जब लड़न लगे सन तो सिखा ने आख्या कि चादर चुक के वेखो तो सही, या चादर चुकिया सी तो हेठा तो केवल फुल मिले सन, और उन्होंने कुछ नहीं मिलया। फिर उन्हें अद्धा अद्धा चादर ही पाड़ के हिंदुओं ने संस्कार किया ते मुसलमानों ने कब्र में दफनाया, ते उन्होंने दोजरा बनाया, ते उन्होंने समाधि बनाई। करतारपुर साहिब समाधि है। इंज श्री गुरु नानक देव जी संदेश सचखंड गए हैं। एक माता गंगा साहिब जी जिन्हों का देवरा स्थान बाबा बकाला साहब है, वो भी संदेश सचखंड गए हैं। एक श्री गुरु गोबिंद सिंह साहब जी महाराज ये सात संदेश सचखंड गए हैं। सारे एक जगह से एकत्र किया, एक भी शस्त्र सिंगा नहीं लभ्या, एक ईसा मारी श्री साहब प्राप्त हुई। कुछ देख करके सबना का मन बहुत पानी आश्चर्य होया है। अस्थि का कोई लेश मात्र भी नहीं सी, केवल लकड़ा की सवाई उतो लगी है। गुरु कलगीधर जी महाराज ने समझे सचखंड बयाना किया है। सचखंड के रास्ते चले गए ऐसा निशा है। उसी वक्त सारी कह उठे कि धन गुरु गोबिंद सिंह साहिब, धन गुरु गोबिंद सिंह साहिब आपकी जो गति मर्यादा ये बड़ी बड़ी किस्म की है। कर करके सबना ने उचारी है। सिंगा ने सारी सवार में इकट्ठिया किया, धरती के दब के उपर सिंहासन रचिया खड़ा साहब बनाया है। इस सचखंड गमन स्थान का जिहड़ा भी गुरमुखिया दर्शन करता है उसके जन्म जन्मांतर के जिहड़े बंजर पाप हैं वो टल जाते हैं। बहुत भारी पुण्य उस इंसान को प्राप्त होते हैं। जो भी कामना धारण करता उसकी पूर्ण होती है। सिंह साहब यानी गुरमुख सिंह जी जिन्हें दिल में पता नहीं 10 बार जाते दर्शन करते सेवा करते, जिन्हों तो बगैर कोई अंदर नहीं जाता। देखो उन्होंने किन्ने पुण्य मिलते होंगे, किन्ने उन्होंने बड़े भाग होंगे। गोदावरी का जल बिना महल को उठी चल गया है। गंगा का किनारा गोदावरी का किनारा बड़ा सोना शोभा पा गया है। चंगे चंगे दर्द
ਛਾਂ ਕਰ ਰਹੇ ਹਨ। ਢੋਲਕ ਬਿਹੰਗ ਰੰਗ ਰੰਗ ਕੇ ਉਤੰਗ, ਰੰਗਾਂ ਰੰਗਾਂ ਦੇ ਪੰਛੀ ਗੋਦਾਵਰੀ ਦੇ ਕਿਨਾਰੇ ਤੇ ਬੋਲ ਰਹੇ ਹਨ। ਧੰਨ ਸ਼੍ਰੀ ਗੋਬਿੰਦ ਸਿੰਘ ਕੋ ਸਿੰਘਾਸਨ ਸੁਹਾਵਈ, ਜਿੱਥੇ ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸੋਹਣਾ ਸਿੰਘਾਸਨ ਸ਼ੋਭਾ ਪਾ ਰਿਹਾ ਹੈ, ਜੋ ਕਿ ਸਤਿਯੁਗ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਭਗਤੀ ਅਸਥਾਨ ਤਪ ਅਸਥਾਨ ਹੈ। ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਧ ਸੰਗਤ ਜੀ ਉਹ ਸਤਿਯੁਗ ਦੇ ਵਿੱਚ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਸਮਾਧੀ ਲਾਈ ਸੀ। ਕਾਫੀ ਚਿਰ ਨਾਲੇ ਤਾਂ ਤਪ ਕਰਦੇ ਰਹੇ, 1000 ਵਰਾ ਇਸ ਸਥਾਨ ਤੇ ਬੈਠ ਕੇ ਤਪ ਕੀਤਾ, ਨਾਲੇ ਰਾਜ ਭਾਗ ਕੀਤਾ। ਫਿਰ ਮਹਾਰਾਜ ਵੈਰਾਗਮਨ ਹੋ ਕੇ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਇੱਥੋਂ ਹੀ ਸ੍ਰੀ ਹੇਮਕੁੰਟ ਸਾਹਿਬ ਦੀ ਪਹਾੜੀ ਨੂੰ ਚੜ੍ਹ ਗਏ ਸਨ। ਫਿਰ ਉੱਥੇ 4 ਯੁੱਗ ਦੀ ਤਪੱਸਿਆ ਕੀਤੀ। ਉੱਥੋਂ ਹੀ ਫਿਰ ਅਕਾਲ ਪੁਰਖ ਨੇ ਆਪ ਬੁਲਾ ਕੇ ਆਖਿਆ ਕਿ ਤੁਹਾਨੂੰ ਮਾਤਰੂਮ ਦੀ ਧਰਤੀ ਤੇ ਜਾਣਾ ਪਵੇਗਾ। ਫਿਰ ਸਾਧੂ ਸੰਤਾਂ ਨੂੰ ਆ ਕੇ ਸਾਰੀ ਗੱਲਬਾਤ ਦੱਸੀ। ਉਹ ਕਹਿੰਦੇ ਜੀ ਅਸੀਂ ਵੀ ਤੁਹਾਡੇ ਨਾਲ ਚੱਲਾਂਗੇ। ਫਿਰ ਜਿੰਨੇ ਵੀ ਹੇਮਕੁੰਟ ਦੇ ਤਪਸਵੀ ਸਾਧੂ ਸੰਤ ਸਨ ਉਹ ਸਾਰੇ ਹੀ ਮਹਾਰਾਜ ਆਪ ਦੇ ਨਾਲ ਹੀ ਰਹੇ। ਉਹ ਸਾਰੇ ਗੁਰੂ ਸਾਹਿਬ ਦੀ ਫੌਜ ਬਣੀ। ਮਹਾਰਾਜ ਦੇ ਕੋਲ ਹਨ ਜਾਇ ਦਰ ਸਾਵਈ ਮਨੋਰਥ ਉਠਾਵਈ, ਜਿਹੜਾ ਵੀ ਤਵੇ ਸਾਹਿਬ ਦੇ ਜਾ ਕੇ ਦਰਸ਼ਨ ਕਰਦਾ ਅਤੇ ਕੋਈ ਵੀ ਮਨ ਦਾ ਮਨੋਰਥ ਕਰਦਾ ਹੈ, ਕਾਮਨਾ ਕੋ ਪਾਵਈ ਸੰਤੋਖ ਸਿੰਘ ਗਾਵਈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਉਹਦੀਆਂ ਸ਼ੁਭ ਮਨੋਕਾਮਨਾਵਾਂ ਸੰਪੂਰਨ ਹੁੰਦੀਆਂ ਹਨ। ਅਬ ਚਾਲ ਨਗਰ ਉਜਾਗਰ ਸਾਗਰ ਜਗ, ਉਸ ਸਥਾਨ ਦਾ ਨਾਮ ਅਬਚਲ ਨਗਰ ਕਿਉਂ ਪਿਆ? ਕਿਉਂਕਿ ਜਦ ਗੁਰੂ ਗ੍ਰੰਥ ਸਾਹਿਬ ਨੂੰ ਗ੍ਰੰਥਾ ਗੱਦੀ ਦਿੱਤੀ ਤਾਂ ਹੁਕਮਨਾਮਾ ਇਹ ਆਇਆ ਸੀਗਾ, ਅਬਚਲ ਨਗਰ ਗੋਬਿੰਦ ਗੁਰੂ ਕਾ। ਕਹਿੰਦੇ ਗੁਰੂ ਗ੍ਰੰਥ ਸਾਹਿਬ ਬੋਲਦਾ ਨਹੀਂ, ਕਿਹੜਾ ਮੂਰਖ ਕਹਿੰਦਾ ਨਹੀਂ ਬੋਲਦਾ? ਉਹਨੂੰ ਸਮਝਾਈਏ ਵੀ ਮਹਾਰਾਜ ਬੋਲਦਾ ਨਹੀਂ ਤਾਂ ਹੋਰ ਕੀ ਹੈ? ਵੇਖੋ ਬਿਲਕੁਲ ਮੌਕੇ ਦਾ ਹੁਕਮਨਾਮਾ ਬਖਸ਼ਿਆ, ਅਬਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ। ਅਰਥ ਕਰਨ ਦੀ ਲੋੜ ਹੀ ਨਹੀਂ। ਉਹਦੇ ਤੋਂ ਬਾਅਦ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਨਗਰ ਦਾ ਨਾਮ ਸ੍ਰੀ ਅਬਚਲ ਨਗਰ ਰੱਖਿਆ ਗਿਆ। ਨਾਂਦੇੜ ਸ਼ਹਿਰ ਦਾ ਨਾਮ ਹੈ, ਮਹਾਰਾਸ਼ਟਰ ਦਾ ਸਟੇਟ ਹੈ। ਤੇ ਸਾਧ ਸੰਗਤ ਜੀਓ ਅਸਥਾਨ ਦਾ ਨਾਮ ਹੈ ਸ੍ਰੀ ਅਬਚਲ ਨਗਰ, ਸੱਚਖੰਡ ਸ੍ਰੀ ਹਜੂਰ ਸਾਹਿਬ। ਹਜੂਰ ਮੀਨਨ ਮਹਾਰਾਜ ਉੱਥੇ ਨੇੜੇ ਨੇ। ਹਾਜ਼ਰ ਜ਼ਾਹਰ ਜ਼ਰੂਰ ਹੈ ਕਿ ਹਾਜ਼ਰ ਹਜ਼ੂਰ ਹੈ, ਪ੍ਰਗਟ ਹਨ। ਅਤੇ ਜਦ ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਤਾਂ ਉਦੋਂ ਵੀ ਬਿਲਕੁਲ ਭਗਤੀ ਦਾ ਹੁਕਮ ਆਇਆ ਕਿ ਸੰਤਾਂ ਦੇ ਕਾਰਜ ਆਪ ਹੋਇਆ, ਹਰ ਕੰਮ ਕਰਾਉਣ ਆਇਆ ਨਾਮ, ਤਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਨਾਮ। ਅੰਮ੍ਰਿਤਸਰ ਦੇ ਮੁਤਾਬਕ ਹੁਕਮਨਾਮਾ ਇੱਥੇ ਅਬਚਲ ਨਗਰ ਦਾ ਹੁਕਮਨਾਮਾ ਆਇਆ ਹੈ। ਤੇ ਇਉਂ ਗੁਰੂ ਗ੍ਰੰਥ ਸਾਹਿਬ ਜੀ ਆਪ ਬੋਲਦੇ ਹਨ ਗੁਰਬਾਣੀ ਦੇ ਰਾਹੀਂ, ਹੁਕਮਨਾਮੇ ਦੇ ਰਾਹੀਂ। ਜਦ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦਸਤਾਰਬੰਦੀ ਹੋਈ ਹੈ ਤੇ ਉੱਪਰ ਅਖੰਡ ਪਾਠ ਸਾਹਿਬ ਚੱਲਦਾ ਸੀਗਾ। ਦਸਤਾਰ ਵੱਜਣ ਤੋਂ ਬਾਅਦ ਜਦ ਮੱਥਾ ਟੇਕਣ ਗਏ ਤਾਂ ਗੌੜੀ ਮਹੱਲਾ 5ਵਾਂ ਰਾਗ ਦੇ ਵਿੱਚ ਪਹਿਲੇ ਦਿਨ ਦਾ ਅਖੰਡ ਪਾਠ ਸੀਗਾ। ਕੋਈ ਹੁਕਮਨਾਮਾ ਆਇਆ, ਗੁਰ ਸੇਵਾ ਤੇ ਨਾਮੇ ਲੱਗਾ, ਇਸ ਕੋ ਮਿਲਿਆ ਕਿ ਸਮਸਤਕ ਭਾਗਾ। ਬਿਲਕੁਲ ਸਾਫ ਅੱਖਰਾਂ ਦੇ ਵਿੱਚ ਮਹਾਰਾਜ ਨੇ ਹੁਕਮਨਾਮਾ ਬਖਸ਼ਿਆ ਕਿ ਗੁਰੂ ਜੀ ਦੀ ਸੇਵਾ ਕਰਨ ਤੋਂ ਹੀ ਨਾਮ ਅਭਿਆਸ ਦੇ ਵਿੱਚ ਬਾਣੀ ਦੇ ਵਿੱਚ ਲੱਗੇ ਨੇ, ਜਾਂ ਨਾਮ ਜਪ ਕੇ ਗੁਰੂ ਦੀ ਸੇਵਾ 'ਚ ਲੱਗੇ ਨੇ। ਜਿਹਦੇ ਮੱਥੇ ਦੇ ਉੱਚੇ ਭਾਗ ਹਨ, ਬੜੇ ਬੜੇ ਵਿਦਵਾਨ, ਬੜੇ ਬੜੇ ਸਿਆਣੇ ਸਿੰਘ ਬੈਠੇ ਸੀ, ਪੁਰਾਣੇ ਬਜ਼ੁਰਗ, ਵੱਡੀਆਂ ਉਮਰਾਂ ਵਾਲੇ, ਪਰ ਜਿਸ ਤਰ੍ਹਾਂ ਮਸਤਕ ਭਾਗ ਦੀ ਸੇਵਾ ਲਾਇਆ। ਕਿਉਂ ਜਦ ਤੁਸੀਂ ਅਰਦਾਸ ਕਰਦੇ ਹੋ ਇਹ ਗੁਰੂ ਸਾਹਿਬ ਜੀ ਹੁਕਮਨਾਮੇ ਰਾਹੀਂ ਬੋਲ ਕੇ ਬਿਲਕੁਲ ਮੌਕੇ ਦਾ ਸੋ ਹੁਕਮ ਬਖਸ਼ਦੇ ਹਨ।
अबचल नगर गोबिंद गुरु का इस पंक्ति तो अबचल नगर प्रसिद्ध होया ते जाहिर जरूर प्रगट महाराज की जोत जिथे सो प्रतक विराजमान है उतों श्री हजूर साहब का नाम प्रसिद्ध होया। खंडे हैं प्रचंड खार खाड़क कुदंड धरे। उस पवित्र थड़ा साहब वाले स्थान महाराज दे सिंहासन वाली जगह ते खंडे लाए ने बड़े बड़े तिखे ते बड़े बड़े तिखे खड़ग तलवार रखियां हैं ਉਹਦੇ ਤੇ तीर कमान भी रखे हुए हैं ते बहुत ज्यादा गुरु जी का शस्त्र नाल प्रेम भी सीगा। जिन्ने भी तख्त ने सारे तख्तां दे थड़े साहिबां दे उपर शस्त्र सजाए हुए हैं। श्री गुरु ग्रंथ साहिब जी का प्रकाश भावें हेठा है। मैं कई बार आनंदपुर साहिब जाके यही वेखदा रहिंदा कि वेखो उच्चे थड़े ते जिथे तख्त दी जगह है उत्थे तां शस्त्र सजाए हुए ने ते गुरु ग्रंथ साहिब जी कमरे तो बाहर हेठा पालकी दे विच विराजमान है। मतलब कहने तो प्रथमे खंडा साधिक जिन सब संसार रूप पाया झंडी दी वार दे प्रथम भगवती सिमर के उहदे तो बाद गुरु नानक साहिब का नाम लिया। इन्ना महाराज कलगीधर दा शस्त्र नाल प्यार सीगा। इनदे सिद्धे जिते शस्त्र नामम नमस्कार तामम। उत्ते कई बार कथा करने का मौका मिलिया। साडा सुभाव है कि कृपान आपके हाथ च रखी दी है ते गोडियां ते रखी वो महाराज के पीढ़े थले रख दी। सेवादार ने 2-3 बारी टोकिया मगर जी पता नहीं इस तरह वेख लेंदे ते कान च कह के जाते भी तुसीं चंगे बड़े सियाणे बाणे पैरां च कृपान रखी हुई। वही कृपान में उच्चे थड़े ते पई हुई है वही तुसीं पैरां च रखी हुई। अब को पीढ़ा साहब ने एक वखरा रखा होंगे जिन्हें भी सिंह के सेवादार होंगे जो कोई साभी जाए चौर साहब करते हैं सेवा करते हैं सो साभे नहीं तो गात्र जो कट के पीढ़े च रख दी है कि उपरली जगह ते रखो पैरों के विच नहीं शस्त्र को रखना। इन्ना उन्होंने मन में सत्कार है। जो किसी का विआह होए उत्थे मैं इन्हां गल्लां नूं काफ़ी वेखदा नोट करदा रहिंदा। बकायदा बरात जाती है ते वो नचते ते गाउंदे नहीं गतका खेडते जाते हैं। हरेक सिंह दे वो कमर कसे दे विच शस्त्र जरूर हुंदा खंजर जरूर हुंदी है कृपान जरूर हुंदी है ते ढाला तलवारां नाल विआह दे विच भी वो गतका खेडदे। कल भावें गौरमेंट ने लॉकडाउन के नां हेठ ते वो नवा ही एक बहाना जिहा करोने का घर कढ़िया। जो भी कोई संगतां दा दिन आउंदा पिछले साल भी यही कड़ी घोलते रहे। वो जो कदे होला महला या विसाखी सी उदों ही बेसन च पा के लस्सी च ते कड़ी घोली ते हुण भी यही कड़ी है। महाराज का ननकाना साहब वो मनाउण जाना सीगा। सिंघां ने जिहड़ा ननकाना साहब का साका उत्थे भी संगत जान दी। होले महल्ले ते देर सी पता नहीं उल्टे सीधे बयान दे के हजूर साहब भी सिंघां नूं रोकिया भी अगे जी होले महल्ले का नगर कीते जाओ आपका काम करो आपके घर बैठे। महाराज गुरु गोबिंद सिंह का स्थान है ते उन्हां जकारे छड्ड के होला महल्ले का नगर कीता कढ़िया अपनी मौज च। इत्थे जिहड़ा करोना कराना है वो गल ही बनाई हुई है ते कभी कोई वेखिया तो है नहीं। अखबारां जी पढ़ते सुनते हैं ते महाराज सच्चे पातशाह इस तरह कृपा रखन संगतां दी चढ़दी कला। पहला 31 तरीक होण पता नहीं फिर विसाखी भी शायद नहीं मनाउण देनी। अकाल आश्रम वाले भी समागम जिहड़े चढ़दी कला वाले पहला भी इहदी भेट चढ़ गए हुण भी इहदी भेटां ही चढ़े हुए हैं। सो इत्थे महाराज सच्चे पातशाह जी की बख्शिश है कृपा है। सो संगतां जिन्ना मर्जी रोको ते वो नहीं कोई परवाह करदियां हैं। इसलिए कुदरती महाराज ने सानू मशहरे दिते ने नासकां दे विच केस ने एक कुदरती साडा मास्क लाया होया है ते आपां तां उही हत्थ धोण तो बगैर कोई चीज़ खांदे नहीं। ते महाराज दी हजूरी च भी पोथियां वाले गुरु साहब वाले हत्थ भी तो पढ़दे भी जो प्रसाद बनाने हो तो भी गिलास रखा धो के लाई देने क्योंकि खाण पीने वाली चीज़ वैसे भी हत्थ मुँह धो के ही छकी दी है।
क्यों गुरुद्वारे की यही मर्यादा, भावें बंदा सहज पाठ या खंड पाठ तो उठे या कथा कीर्तन तो प्रसाद में हथ मूंह नहीं लाना। ਆਪਾਂ ना चौर वाले हथ भी नहीं लाई दे, क्योंकि चौर हरेक बंदा फड़ लेंदा। ते प्रसाद जिहड़ा महाराज का छकण वाला है, इस वास्ते प्रसाद में हथ धो के ही लाइदे ने। इहदे नाल सिद्धे सिद्धे ऐसी मर्यादा है। गुरु घर के भी हथ मूँह धो के फिर ही आईदा बहीदा, कपड़े भी सुच्चे ही रखीदे ने। इहदा कुदरती पहलों तो ही मर्यादा है, पर उन्हें की कोई वक्री थोड़ो आ। तो इस वास्ते महाराज ने कुदरती मास्क दिता है। हरमंदिर साहब तुसीं जाओगे, सेवादार तुहाडा मास्क उतार देंगे, कहेंगे भाई मुँह बन के महाराज की हजूरी नहीं जाना। तो उत्थे मास्क उतार के अंदर भेजते हैं। ये गल वक्री है कि वक्रे वक्रे बिठाओ। सो रहो विचार शास्त्रों का गुरु महाराज के मन में अति सत्कार है, अति प्यार है। अज भी महाराज वचन लिख के दे गए ने कि आगे आवर सिंह जो पावे वाहिगुरु की फतेह बुलावे, बिना शस्त्र केसन नरक भेड़ जानो, गह कान ताको कितने ले सिधानो, यह मोर आज्ञा सुनो हे प्यारे, बिना शस्त्र केसन न देवों दिदारे। जिहदे सीस ते केस नहीं, गात्रे कृपान नहीं, उनमें दर्शन कदाचित भी नहीं देवांगा। जे देवांगा फिर उन्होंने कहांगा भाई हथ बन के बेनती है कि कृपान जरूर पाओ, क्योंकि गुरमत मर्यादा है। तो इस वास्ते दसम ग्रंथ दी पंक्तियां ने कृपान पान धारियन करोड़ पाप टारियन। जिहड़ा कृपान नूं धारण करना करोड़ा ही पापां नूं टालना है। जिते शस्त्र नामम नमस्कार तामम, जिते अस्त्र भी हैं, अस्त्र हुंदा दूरों जितना बर्षा चलाईदा। जिते अस्त्र भी हैं नमस्कार तेयम, तीरो तुफंगो बड़ो राम जंगो, तमक धार अनियर कमंद कूड़ा। सुनो नंद लाल जय साज, प्रगट करूंगा अपना राज, चार वर्णे भवन कराओ, वाहिगुरु से को नाम जपाओ। देखो शिव जी का भी त्रिशूल है। जे कोई सानू आके भी सिख अतवादी ने जी, ये तो शास्त्रों दी गल्लां करदे ने जी, बंदा पूछे भी तुहाडे शिव जी दे हत्थ त्रिशूल नहीं है? जे तुसीं कहो भी राम नूं मनदे आ, राम दे हत्थ दे विच है नहीं वो तीर कमान, ना हुंदा ते रावण दा लै गया सी इज्जत खो गए। वो तीर मार के आपकी इज्जत बचाई, दसो मैनूं। ते जे को कृष्ण नूं मनदे आ, उहदे हत्थ सुदर्शन चक्र नहीं है, दसो किहनूं मनदे हो? देवी नूं मनदे हो ना, ते देवी दे हत्थ दे विच भी तां बरछी कुर्सी है ही। जिहड़ी चंडी देवी है वो इंद्राका नूं उहने राज भाग दवाया, देवता नूं मारिया, शस्त्र तो बगैर दसो है कौन है? जिहड़ी शांति है वो तां सथापति शस्त्रां दे नाल हुंदी है। जे थाना चुकिया जाए, पुलिस की दहशत ना होए, ते कल वेखो कितना जंग मचिया। ते शस्त्रां दे नाल ही बंदा समझदा, जिहदे गात्रे शस्त्र नहीं हत्थ दे विच, कोई हथियार नहीं, उहदी गल ही कोई नहीं मनदा, कोई सुनदा ही नहीं। जिहड़ी भी बंदा मारन लई बंदे नूं प्रभावशाली बनाउण वास्ते पैसा भी कुछ ही चाहिए, शस्त्र भी चाहिए ने। वेखण वाला मने तां सही भी इंसान है, मर्द, ये मर्द की निशानी है। तो गुरुआं ने कोई वक्री गल नहीं कट मारी, कृपान तां शुरू तो ही सीगी। तो महाराज सच्चे पातशाह जी ने खंडे पट दामन छका के कंपलसरी कर दिते शस्त्र। इसलिए जो शस्त्रों की पूजा है, शस्त्रों का सत्कार है, वो पंजे तख्तों के उपर साध संगत जी हो सुभाईमान है। बकायदा पंजा सिंहां की ड्यूटी लाई जाती है कि वो शस्त्रों को सजाओ, ते शस्त्रों की सेवा संभाल करना। अंधे हैं प्रचंड खाल खाड़क कुदंड धरे, हड़ा सैल ते तिखे तिखे कंडे, तिखियां तिखियां तलवारां ते तीर घुमा रखे हुए हन। खंजर तुफंग कुंज करद कृपान बाना, खंजर बंदूका ते कृपाना, छोटियां कृपाना, तीर आदि रखे हुए ने। शक्ति सरोई शब साग जम दाड़ चक्र, शक्ति वर्षी सरोई सीधी हुंदी है,
ਤੇ ਸੈਫ ਸਰੋਈ ਅੱਗੋਂ ਥੋੜਾ ਜਿਹਾ ਬੈਠ ਹੁੰਦਾ, ਸੈਫ ਬਿਲਕੁਲ ਸਿੱਧੀ ਹੁੰਦੀ। ਜਿਹੜੇ ਗੋਰੇ ਪੈਂਟਾਂ ਦੇ ਨਾਲ ਪਾਉਂਦੇ ਸਨ। ਸਾਗ ਬਰਸ਼ੀ ਦਾ ਨਾਮ ਹੈ, ਜਮਦਾੜ ਕਮਰ ਕਸੀ ਦਾ ਸ਼ਸਤਰ ਹੈ, ਅਤੇ ਚੱਕਰ ਸੀਸ ਤੇ ਸਜਾਉਣ ਵਾਲੇ। ਭਾਲੇ ਗਨ ਭਾਲੇ ਰਿਪ ਘਾਲੇ ਛਿਪਰ ਜੰਗ ਠਾਣਾ। ਬੜੇ ਬੜੇ ਵੱਡੇ ਢਾਲੇ ਤੇ ਭਾਲੇ ਜਿਹੜੇ ਨੇਜੇ ਨੇ ਬਰਸ਼ੇ ਨੇ, ਜੋ ਵੈਰੀਆਂ ਦੇ ਵਿੱਚ ਵੜ ਕੇ ਝਟਪਟੀ ਵੈਰੀਆਂ ਦਾ ਘਾਣ ਕਰ ਦੇਣ ਵਾਲੇ ਉੱਥੇ ਵਿਰਾਜਮਾਨ ਹਨ। ਤੇ 3 ਘੰਟੇ ਸਿੰਘ ਸਾਹਿਬ ਨੂੰ ਲੱਗਦੇ ਆ। ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਉਹ ਸਾਰੇ ਸ਼ਸਤਰ ਪ੍ਰਕਾਸ਼ ਕਰਦਾ ਹੈ। 3 ਘੰਟੇ ਸੁੱਖ ਆਸਣ ਦੇ ਲੱਗਦੇ ਨੇ ਇਕੱਲਾ ਹੀ। ਤੇ ਢੇਰਾਂ ਦੇ ਢੇਰ ਉੱਤੇ ਸ਼ਸਤਰ ਰੱਖੇ ਹੋਏ ਬੜੇ ਸਤਿਕਾਰ ਨਾਲ। ਫਿਰ ਉਹ ਧੂਪ ਦਿਖਾਉਂਦੇ ਤੇ ਸ਼ਸਤਰਾਂ ਦੇ ਉੱਪਰ ਚੌਲ ਕਰਦੇ ਹਨ। ਚਮਕਤ ਚਾਰੋਰ ਘੋਰ ਰੂਪ ਕਾਲਕਾ ਕੋ। ਜੋ ਕਾਲਕਾ ਦਾ ਸਮਝ ਲੋ ਭਿਆਨਕ ਰੂਪ, 4 ਸਫੇਰੇ ਚਮਕਾਰੇ ਮਾਰ ਰਹੇ ਹਨ। ਬੰਦਨਾ ਕਰਤ ਕਾਬ ਜੋਰ ਪਾਨ ਤਾਈ ਪਤਾਈ ਥਾਨ। ਸੱਚਖੰਡ ਹਜ਼ੂਰ ਸਾਹਿਬ ਸੰਗਤਾਂ ਜਿਹੜੀਆਂ ਗਈਆਂ ਨੂੰ ਪਤਾ ਹੋਏਗਾ ਕਿ ਸ਼ਸਤਰ ਉੱਪਰ ਖੜੇ ਤੇ ਨੇ, ਇਹ ਮਹਾਰਾਜ ਹੇਠਾਂ ਪਾਲਕੀ ਸਾਹਿਬ ਦੇ ਵਿੱਚ ਵਿਰਾਜਮਾਨ ਨੇ। 4 ਸਵੇਰੇ ਦਰਵਾਜ਼ੇ ਸ਼ਸਤਰਾਂ ਦੇ ਦਰਸ਼ਨਾਂ ਲਈ ਖੁੱਲੇ ਹੋਏ ਨੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਕਿ ਮੈਂ ਦੋਨੇ ਹੱਥ ਜੋੜ ਕੇ ਗੁਰੂ ਮਹਾਰਾਜ ਦੇ ਸੱਚਖੰਡ ਗਮਨ ਅਸਥਾਨ ਨੂੰ, ਅਬਚਲ ਨਗਰ ਹਜ਼ੂਰ ਸਾਹਿਬ ਨੂੰ ਨਮਸਕਾਰ ਕਰਦਾ ਹਾਂ। ਚੌਪਈ ਅਬਲਕ ਤੇ ਥਲ ਜੋਤ ਬਿਰਾਜਤ। ਜਿੰਨਾ ਦਿਲ ਹਜ਼ੂਰ ਸਾਹਿਬ ਲੱਗਦਾ ਤੇ ਉਹਨਾਂ ਦਿਲ ਕਿਸੇ ਹੋਰ ਸਥਾਨ ਤੇ ਨਹੀਂ ਲੱਗਦਾ। 5 ਦਿਨ ਘੱਟ ਤੋਂ ਘੱਟ ਬੰਦਾ ਲੈ ਕੇ ਜਾਏ, ਕਿਉਂ ਜਾਣਦਾ ਵੀ ਇੱਕ ਰਾਤ ਰਹਿ ਗਈ ਆ ਗਈ। 5 ਦਿਨਾਂ 'ਚ ਵੀ ਢਿੱਡ ਨਹੀਂ ਭਰਦਾ। ਮਹੀਨਾ ਵੀ ਬੰਦਾ ਸਮਝਦਾ ਵੀ ਇੱਥੇ ਹੀ ਰਹਿ ਪਈਏ। ਇਹਨਾਂ ਉੱਥੇ ਆਨੰਦ ਤੇ ਦੱਖਣੀ ਸਿੱਖ ਪਿਆਰ ਕਰਦੇ ਨੇ ਸੰਤਾਂ ਦੇ ਨਾਲ। ਅੱਜ ਤੱਕ ਉਸ ਸਥਾਨ ਦੇ ਮਹਾਰਾਜ ਦੀ ਜੋਤ ਵਿਰਾਜਮਾਨ ਹੈ। ਦਰਸ਼ਨ ਕਰੇ ਪਾਪ ਗਨ ਭਾਜਤ। ਜਿਹੜਾ ਦਰਸ਼ਨ ਕਰਦਾ ਉਹਦੇ ਸਮੂਹ ਪਾਪਾਂ ਦਾ ਖਾਤਮਾ ਨਾਸ਼ ਹੁੰਦਾ ਹੈ। ਆਮ ਲੋਕਾਂ ਵਿੱਚ ਇਹ ਗੱਲ ਪ੍ਰਸਿੱਧ ਹੈ ਕਿ ਗੁਰੂ ਸਾਹਿਬ ਜੀ 60 ਸਾਲ ਉਮਰ ਤੱਕ ਹਰੇਕ ਪੁਰਾਣੀ ਨੂੰ ਉਡੀਕਦੇ ਨੇ। ਤੇ ਵੈਸੇ ਸਾਰੀ ਉਮਰ ਉਡੀਕਦੇ, ਜਦੋਂ ਮਰਜ਼ੀ ਟਾਈਮ ਲੱਗੇ ਉਦੋਂ ਚਲਾ ਜਾਏ। ਪਰ 5 ਪਿਆਰੇ ਜਦੋਂ ਅੰਮ੍ਰਿਤ ਛਕਾਉਂਦੇ ਜ਼ਰੂਰ ਕਹਿੰਦੇ ਨੇ ਕਿ 5 ਤਖਤਾਂ ਦੇ ਦਰਸ਼ਨ ਹਰੇਕ ਪੁਰਾਣੀ ਮਾਤਰ ਨੂੰ ਜ਼ਰੂਰ ਕਰਨੇ ਚਾਹੀਦੇ ਨੇ। ਵਾਹਿਗੁਰੂ ਜੀ ਨੇ ਸਾਨੂੰ ਇੱਕ ਸਰੀਰ ਦਿੱਤਾ ਹੈ। ਸਰੀਰ ਦਿੱਤਾ ਹੈ ਨਾ ਕਾਹਦੇ ਵਾਸਤੇ? ਮੂਵਮੈਂਟ ਵਾਸਤੇ। ਆਪਦੇ ਘਰ ਬਾਰਾਂ ਲਈ ਵੀ ਤੇ ਆਪਾਂ ਭੱਜ ਦੌੜ ਕਰਦੇ ਹੀ ਹਾਂ। ਤੇ ਲੇਕਾਂ ਲੋਕਾਂ ਦੇ ਸਮੁੰਦਰਾਂ ਦੀ ਸੈਰ ਤੇ ਵੀ ਜਾਂਦੇ ਆ। ਤੇ ਜਿੱਥੇ ਸਾਡੇ ਗੁਰੂ ਸਾਹਿਬਾਂ ਨੇ ਸਰੀਰ ਧਾਰਮਿਕ ਤੌਰ ਕੀਤੇ ਨੇ ਉੱਥੇ ਨਹੀਂ ਜਾਣਾ ਚਾਹੀਦਾ, ਜਾਣਾ ਚਾਹੀਦਾ। ਜੇ ਕੋਈ ਕਿਰਾਏ ਭਾੜੇ ਦੀ ਗੱਲ ਕਰੇ ਵੀ ਮੈਂ ਗਰੀਬ ਹਾਂ ਜਾਂ ਅਮੀਰ ਹਾਂ, ਤੇ ਉਹ ਵੀ ਮਹਾਰਾਜ ਦੀ ਮਾਇਆ ਹੀ ਹੈ, ਸੱਚੇ ਪਾਤਸ਼ਾਹ ਦਾ ਆਪ ਦਾ ਪ੍ਰਬੰਧ। ਤੇ ਇਸ ਦਾ ਸਾਰਾ ਟੱਬਰ ਹੀ, ਇੱਥੋਂ ਸਾਰਾ ਪਿੰਡ ਕਾਫੀ ਰੇਲ ਗੱਡੀ ਭਰ ਕੇ ਗਈ, ਕੋਈ ਟਿਕਟ ਨਹੀਂ ਕਰਨ ਤੋਂ ਬਾਅਦ। ਤੇ ਬੜੇ ਸੁੱਖ ਸ਼ਾਂਤੀ ਨਾਲ ਗਏ, ਸੁੱਖ ਸ਼ਾਂਤੀ ਨਾਲ ਆਏ। ਸਿੰਘਾਂ ਦੇ ਨਾਲ ਵੀ ਕਈ ਵਾਰ ਦਰਸ਼ਨ ਹੋਏ। ਤੋ ਇਸ ਵਾਸਤੇ ਅੱਜ ਕੱਲ੍ਹ ਤਾਂ ਹੈ ਹੀ ਬੜਾ ਸੁੱਖ ਹੈ। 6000 ਰੁਪਈਆ ਜਹਾਜ਼ ਤੇ ਲੱਗਦਾ। ਜਿਹਦੇ ਕੋਲ ਟਾਈਮ ਥੋੜ੍ਹਾ ਹੈ ਆਪਦੇ ਪੈਸੇ ਖਰਚੋ ਤੇ 2-3 ਦਿਨਾਂ ਦੇ ਵਿੱਚ ਹੀ ਦਰਸ਼ਨ ਮੇਲੇ ਕਰਕੇ ਆਪਦੇ ਘਰ ਨੂੰ ਆਓ। ਤੋ ਇੰਝ ਜੇ ਸਾਡੇ ਕੋਲ ਸਮਾਂ ਨਹੀਂ ਹੈ ਜਾਂ ਸਮਝ ਲਓ ਮਜਬੂਰੀ ਹੈ ਤੇ ਗੁਰਦੁਆਰੇ ਦੇ ਦਰਸ਼ਨਾਂ ਤੇ ਤਰਕ ਨਹੀਂ ਕਰਨੀ ਚਾਹੀਦੀ, ਕਿ ਦਰਸ਼ਨ ਨਹੀਂ ਕਰਨੇ ਚਾਹੀਦੇ। ਜਿੱਥੇ ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ ਕੌਤਕ ਕੀਤੇ ਨੇ ਉੱਥੇ ਯਾਤਰਾ ਕਰਨ ਤੋਂ ਨਾਲੇ ਤਾਂ ਇਤਿਹਾਸ ਨਾਲ ਮਨ ਜੁੜਦਾ। ਜਿੱਥੇ ਇੱਕ ਵਾਰ ਜਾਈਏ ਉੱਥੋਂ ਦੀ ਸਾਖੀ ਨਹੀਂ ਭੁੱਲਦੀ। ਤੇ ਕਈ ਸਾਖੀਆਂ ਜਿੱਦਾਂ ਹੁਣ ਇੱਥੇ ਦੀ ਗੱਲ ਹੈ, ਕਿਸੇ ਕਿਤਾਬ 'ਚ ਨਹੀਂ ਲਿਖੀ ਹੋਈ ਸਾਖੀ। ਹੁਣ ਬੰਦਾ ਇੱਥੇ ਆਊਗਾ ਤਾਂ ਹੀ ਪੜੂਗਾ ਕਿ ਬਾਬਾ ਹਨੂੰਮਾਨ ਸਵਾਮੀ ਹੋਇਆ। ਬਾਬੇ ਅਟਲ ਰਹੇ ਕੰਧ ਦੇ ਵਿੱਚ ਇਹਨਾਂ ਦੀ ਫੋਟੋ ਕਰੀ ਹੋਈ ਹੈ, ਬਸ ਇੰਨੀ ਕੀ ਗਵਾਹੀ ਹੈ। ਤੇ ਬਾਕੀ ਇਤਿਹਾਸ ਬਜ਼ੁਰਗਾਂ ਦੀਆਂ ਸਾਖੀਆਂ ਦੇ ਲਿਖਿਆ ਹੁੰਦਾ, ਕਈ ਵਾਰ ਕਿਤਾਬਾਂ 'ਚ ਨਹੀਂ ਵੀ ਹੁੰਦਾ। ਕਈ ਗੱਲਾਂ ਦਾ ਸਾਨੂੰ ਕਿਤਾਬਾਂ ਤੋਂ ਨਹੀਂ ਪਤਾ ਲੱਗਦਾ, ਉਹ ਜਾ ਕੇ ਪਤਾ ਲੱਗਦਾ ਹੈ, ਲੋਕਾਂ ਤੋਂ ਸੁਣ ਕੇ ਪਤਾ ਲੱਗਦਾ। ਤੋਂ ਇੰਝ
ਗੁਰਦੁਆਰੇ ਦੇ ਦਰਸ਼ਨ ਕਰਨੇ ਗੁਰਮਤਿ ਮਰਿਆਦਾ ਹੈ। ਜਿੱਥੇ ਸੋ ਗੁਰੂ ਮਹਾਰਾਜ ਦੀ ਕਹਿੰਦੇ ਜੋਤ ਵਿਰਾਜਮਾਨ ਤੇ ਸਮੂਹ ਪਾਕ ਭਜਦੇ ਹਨ। ਜਿਵੇਂ ਸੋਨੇ ਨੂੰ ਕਸੌਟੀ ਤੇ ਲਾ ਕੇ ਉਹਦੇ ਚੋਂ ਮੈਲ ਕੱਢ ਕੇ ਉਹਨੂੰ ਸ਼ੁੱਧ ਕਰ ਦਿੰਦੇ ਨੇ, ਇਉਂ ਸਿੱਖ ਨੂੰ ਪਰਖ ਕੇ ਗੁਰੂ ਸਾਹਿਬ ਜੀ ਬਖਸ਼ ਲੈਂਦੇ ਹਨ। ਗੁਰੂ ਕੂਠ ਗਮਨ ਕੇ ਪਾਛੇ ਗੁਰੂ ਮਹਾਰਾਜ ਦੇ ਸੱਚਖੰਡ ਜਾਣ ਤੋਂ ਉਪਰੰਤ ਕਰਹੇ ਸਿੰਘ ਕੇ ਤਕ ਦਿਨ ਆਛੇ ਅੱਛੇ ਤਰੀਕੇ ਨਾਲ ਕਿੰਨੇ ਦਿਨ ਉੱਥੇ ਸਿੰਘ ਰਹੇ। ਪੁਨ ਜਾ ਜਾ ਜਿਸ ਕੋ ਆਇਸ ਫਿਰ ਜਿੱਧਰ ਨੂੰ ਗੁਰੂ ਮਹਾਰਾਜ ਨੇ ਕਿਸੇ ਨੂੰ ਆਗਿਆ ਕੀਤੀ, ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਆ ਕੇ ਵਿਰਾਜਮਾਨ ਹੋਏ, ਭਾਈ ਮਣੀ ਸਿੰਘ ਅੰਮ੍ਰਿਤਸਰ ਸਾਹਿਬ ਆ ਗਏ ਤੇ ਭਾਈ ਸੰਦੋਖ ਸਿੰਘ ਜੀ ਉੱਥੇ ਰਹੇ। ਹੋਰ ਜਿਨ੍ਹਾਂ ਨੂੰ ਜਿਵੇਂ ਜਿਵੇਂ ਹੁਕਮ ਕੀਤਾ ਉੱਥੋਂ ਉਹਨਾਂ ਨੇ ਚਾਲੇ ਮਾਰ ਦਿੱਤੇ। ਮੱਥਾ ਟੇਕ ਕੇ ਆਪੋ ਆਪਣੇ ਅਸਥਾਨਾਂ ਨੂੰ ਚਲੇ ਗਏ। ਭਾਈ ਸੰਤੋਖ ਸਿੰਘ ਜੀ ਉਸ ਸਥਾਨ ਦੇ ਸੇਵਾਦਾਰ ਉੱਥੇ ਰਹੇ। ਗੁਰੂ ਕੇ ਲੰਗਰ ਨੂੰ ਚਲਾਉਂਦੇ ਰਹੇ। ਫਿਰ ਉਸ ਦੇਸ਼ ਦੇ ਹੋਰ ਵੀ ਸਹਾਇਕ ਹੋਏ ਸੇਵਾਦਾਰ। ਇਹ ਸ਼ਰੋਤੇ ਜਨੋ ਉਹਨਾਂ ਦੀ ਬਹੁਤ ਵਿਸ਼ੇਸ਼ ਕਥਾ ਹੈ, ਸਰਵਣ ਕਰੋ। ਨਿਜ਼ਾਮ ਹੈਦਰਾਬਾਦ ਦੇ ਰਾਜ ਦਾ ਇੱਕ ਟਿਕਾਣਾ ਹੈ। ਜਨਵਾੜਾ ਸ਼ਹਿਰ ਜਦੋਂ ਹਜੂਰ ਸਾਹਿਬ ਤੋਂ ਕਰਨਾਟਕਾ ਬਿਦਰ ਸ਼ਹਿਰ ਗੁਰਦੁਆਰਾ ਸ੍ਰੀ ਨਾਨਕ ਝੀਰਾ ਨੂੰ ਜਾਂਦੇ ਆ ਤਾਂ ਉਹਦੇ ਨਜ਼ਦੀਕ ਹੀ ਰਸਤੇ ਵਿੱਚ ਇੱਕ ਜਨਵਾੜਾ ਸ਼ਹਿਰ ਕਸਬਾ ਆਉਂਦਾ ਹੈ, ਜਿਹਦੇ ਵਿੱਚ ਬਾਲਾ ਰਾਓ ਤੇ ਰੁਸਤਮ ਰਾਓ ਦਾ ਕਿਲਾ ਹੈ। ਇਹ ਦੋਨੇ ਰਾਜਪੂਤ ਭਰਾ ਸਨ। ਇਹ ਦੋਨੇ ਭਰਾ ਬੜੇ ਵੱਡੇ ਯੋਧੇ ਬਲੀ ਸਨ। ਭਲੀ ਵਿਧੀ ਨਾਲ ਕੁਝ ਰਾਜ ਕਰਦੇ। ਮਰਾਠਿਆਂ ਦੇ ਦੇਸ਼ ਨੂੰ ਲੁੱਟਦੇ ਸਨ। ਜਿਹੜਾ ਲੜ ਪੈਂਦਾ ਉਹਨੂੰ ਕੁੱਟ ਸੁੱਟਦੇ ਸਨ। ਇਹਨਾਂ ਦੀ ਧਾਕ ਛਾਛ ਸਵੇਰੇ ਪੈ ਗਈ, ਸਾਰੇ ਇਹਨਾਂ ਨੂੰ ਮੰਨਦੇ ਸਨ। ਕੋਈ ਇਹਨਾਂ ਦੇ ਅੱਗੇ ਅੜਦਾ ਨਹੀਂ, ਇਹਨਾਂ ਨੂੰ ਟੈਕਸ ਰੂਪ ਦੇ ਵਿੱਚ ਪੈਸੇ ਦਿੰਦਾ। ਮਰਾਠਿਆਂ ਦਾ ਰਾਜਾ ਇਹਨਾਂ ਦੇ ਚੜ ਕੇ ਆਇਆ। 1 ਲੱਖ ਫੌਜ ਇਕੱਠੀ ਕਰਕੇ ਉਹਨੇ ਲਿਆਂਦੀ। ਇਹਨਾਂ ਭਰਾਵਾਂ ਨਾਲ ਬਹੁਤ ਭਾਰੀ ਜੰਗ ਹੋਇਆ। ਦੋਨਾਂ ਭਰਾਵਾਂ ਨੂੰ ਘੇਰ ਕੇ ਉਹਨੇ ਫੜ ਲਿਆ। ਇਹਨਾਂ ਦੇ ਪੈਰਾਂ ਦੇ ਵਿੱਚ ਬੇੜੀਆਂ ਸੰਗਲ ਪਾ ਕੇ ਕੈਦ ਕਰ ਲਿਆ। ਸਤਾਰਾ ਸ਼ਹਿਰ ਦਾ ਨਾਮ ਹੈ, ਉੱਥੇ ਬੜੇ ਭਾਰੀ ਅੰਨੇ ਕਿਲੇ ਵਿੱਚ ਇਹਨਾਂ ਨੂੰ ਸੁੱਟ ਦਿੱਤਾ। ਜਿੱਥੇ ਪੰਛੀ ਵੀ ਨਹੀਂ ਸੀ ਜਾ ਸਕਦਾ। ਵਿਚਾਰਾ ਮਨੁੱਖ ਕੀ ਤੱਕ ਸਕਦਾ। ਇਹ ਉਮਰ ਕਹਿੰਦੀ ਬੜੇ ਇਹਨਾਂ ਦੇਵਤੇ ਸੰਤ ਦੇ ਪੀਰਾਂ ਨੂੰ ਮਨਾਇਆ ਕਿ ਸਾਨੂੰ ਬਾਹਰ ਕੱਢੋ ਬਾਬਾ ਜੀ, ਪਰ ਕਿਸੇ ਇਹਨਾਂ ਦੀ ਬਾਤ ਨਾ ਪੁੱਛੀ। ਕੋਈ ਇਹਨਾਂ ਨੂੰ ਛੁਡਾ ਨਾ ਸਕਿਆ। ਇੱਕ ਗੁਰੂ ਗੋਬਿੰਦ ਸਿੰਘ ਦਾ ਸਿੰਘ ਜਿਹੜਾ ਜ਼ਬਾਨੀ ਸੁਖਮਨੀ ਸਾਹਿਬ ਦਾ ਪਾਠ ਕਰਦਾ, ਇਹਨਾਂ ਦਾ ਪਹਿਰੇਦਾਰ ਸੀਗਾ। ਜੋ ਗਿਆਨ ਵਾਲੀ ਬਾਣੀ ਦਾ ਜ਼ਬਾਨੀ ਪਾਠ ਕਰਦਾ। ਪਹਿਰਾ ਦਿੰਦੇ ਆ ਸੁਖਮਨੀ ਸਾਹਿਬ ਦਾ ਪਾਠ ਪੜ੍ਹਦਾ ਰਹਿੰਦਾ। ਤੇ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਵਾਲੀਆਂ ਪੰਕਤੀਆਂ ਬਾਲਾ ਰਾਏ
ने कान दे के ध्यान नाल सुनिया एक भूजन के तबੈ बखानी पुछन वास्ते उन्हों किया पढ़द रहत तू किसकी बानी कि तू किन्ना गुरां दी बाणी पढ़दा है सुन सिंह गुर महिमा कही सिंह ने सुन के गुरु जी की महिमा नूं किया बंद खलासी सम को नहीं कि गुरु साहब तो बगैर बंदियां की खलासी कराने वाला कोई नहीं है दुर्ग दो ग्वालियर में निपकैद 52 राजे गुरु हरगोबिंद साहब ने ग्वालियर की कैद विचों उम्र कैदी रिहा करवाए सन मैं छूटन की जियत उमैद जिन्हां दे छुटन की कोई भी उम्मीद नहीं सी। इस तो अगली कथा कल नूं सरवण करियो जी। भुलां चुका दास दियां समझ की माफ करनी है, इतिहास गुरु का समझ के धारण करना जी। तो दो बंदियां पढ़ सुन के प्रति बुलाओ। सुन सिंह गुर महिमा कही बंद खलासी साम को नहीं दुर्ग ग्वालियर में निपकैद न छुटन की जियत उमैद। वाहिगुरू जी का खालसा